ਸਤਿ ਸ਼੍ਰੀ ਅਕਾਲ ਦੋਸਤੋ। ਰੇਸ ਅਕੈਡਮੀ ਆਫੀਸ਼ੀਅਲ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਆਪਾਂ ਕੰਪਿਊਟਰ ਦੀ ਮੌਕ ਟੈਸਟ ਸੀਰੀਜ਼ ਦਾ ਅਗਲਾ ਸੈਸ਼ਨ ਕੰਟੀਨਿਊ ਕਰਾਂਗੇ। ਤਾਂ ਕਾਫੀ ਦਿਨ ਹੋ ਗਏ ਸੀਗੇ, ਆਪਾਂ 3 ਤੋਂ 4 ਮੌਕ ਟੈਸਟ ਹੀ ਨੇ ਜਿਹੜੇ ਉਹ ਹਜੇ ਤੱਕ ਅਪਲੋਡ ਕੀਤੇ ਨੇ। ਤਾਂ ਕੋਸ਼ਿਸ਼ ਰਹੂਗੀ ਵੀ ਜਲਦ ਤੋਂ ਜਲਦ ਕੀ ਹੈ ਜੀ, ਹੋਰ ਵੀ ਜਿਹੜੇ ਮੌਕ ਟੈਸਟ ਨੇ ਕੰਪਿਊਟਰ ਦੇ ਨਾਲ ਸੰਬੰਧਿਤ ਆ ਜਿਹੜੇ ਅਪਲੋਡ ਕੀਤੇ ਜਾਣ। ਤਾਂ ਟਾਈਮ ਦੀ ਥੋੜ੍ਹੀ ਜਿਹੀ ਕਮੀ ਹੁੰਦੀ ਹੈ, ਸੋ ਇੱਕ ਸੈੱਟ ਦੇ ਵਿੱਚ ਹੀ ਇੰਨੀ ਕੁ ਇਨਫੋਰਮੇਸ਼ਨ ਦੀ ਕੋਸ਼ਿਸ਼ ਹੁੰਦੀ ਹੈ ਵੀ ਤੁਹਾਨੂੰ ਪੇਪਰ ਦੇ ਵਿੱਚ ਉਹ ਚੀਜ਼ ਆ ਜਾਵੇ। ਠੀਕ ਹੈ ਜੀ ਗੱਲ। ਤਾਂ ਕੋਈ ਵੀ ਐਕਸਟਰਾ ਨਹੀਂ ਮੈਂ ਤੁਹਾਨੂੰ ਪੜ੍ਹਾਊਂਗਾ, ਸਿਰਫ ਅਤੇ ਸਿਰਫ ਆਪਾਂ ਸਮਾਰਟਲੀ ਪੜ੍ਹਨਾ। ਠੀਕ ਹੈ ਜੀ ਗੱਲ। ਸਮਾਰਟਲੀ ਜਿਹੜਾ ਬੱਚਾ ਪੜ੍ਹੂਗਾ ਅਤੇ ਰਿਵੀਜ਼ਨ ਕਰੂਗਾ ਉਹ ਕਾਮਯਾਬ ਹੋਊਗਾ ਪੇਪਰਾਂ ਦੇ ਵਿੱਚ ਪੱਕਾ 100% ਜੀ। ਠੀਕ ਹੈ। ਤਾਂ ਕੋਸ਼ਿਸ਼ ਹੋਊਗੀ ਕਿ ਵੱਧ ਤੋਂ ਵੱਧ ਇਨਫੋਰਮੇਸ਼ਨ ਹੈ ਜਿਹੜੀ ਉਹ ਇੱਕ ਕੁਐਸਚਨ ਦੇ ਵਿੱਚ ਦਿੱਤੀ ਜਾਵੇ। ਤਾਂ ਚੱਲਦੇ ਹਾਂ ਪਹਿਲੇ ਕੁਐਸਚਨ ਦੇ ਵੱਲ। ਵਟ ਇਜ਼ ਕੰਪਿਊਟਰ। ਦੇਖੋ ਬੇਸਿਕ ਹੀ ਕੁਐਸਚਨ ਆ ਜਾਂਦਾ। ਪਹਿਲੀ ਗੱਲ ਤਾਂ ਪੇਪਰ ਦੇ ਵਿੱਚ ਪੁੱਛ ਲਿਆ ਜਾਂਦਾ ਕਿ ਕੰਪਿਊਟਰ ਕੀ ਹੈ। ਆਪਾਂ ਥੋੜ੍ਹਾ ਜਿਹਾ ਟਫ ਪੜ੍ਹੀ ਬੈਠੇ ਹੁੰਦੇ ਹਾਂ, ਐਗਜ਼ਾਮੀਨਰ ਕੀ ਕਰਦਾ ਇੱਕ ਜਮਾ ਸੌਖਾ ਕੁਐਸਚਨ ਪਾ ਦਿੰਦਾ। ਠੀਕ ਹੈ ਜੀ ਗੱਲ। ਤਾਂ ਬਹੁਤੇ ਬੱਚੇ ਪੜ੍ਹ ਕੇ ਨਹੀਂ ਜਾਂਦੇ ਜੀ ਕੰਪਿਊਟਰ ਕੀ ਹੈ, ਤਾਂ ਆਪਾਂ ਉਹਨੂੰ ਉਹ ਨਾ ਜਿਹੜੀਆਂ ਆਪਸ਼ਨਾਂ ਨੇ ਉਹ ਵੀ ਜਮਾ ਮਤਲਬ ਕੀ ਹੈ ਜੀ ਇਹੋ ਜਿਹੀਆਂ ਬਣਾਉਣ ਦਾ ਵੀ ਸਾਨੂੰ ਐਂ ਲੱਗਦਾ ਯਾਰ ਆਹ ਵੀ ਨਾ ਹੋਵੇ ਆਹ ਵੀ ਨਾ ਹੋਵੇ, ਸੋ ਅਸੀਂ ਗਲਤ ਕਰਿਆ ਆਉਂਦੇ ਹਾਂ। ਤਾਂ ਕੰਪਿਊਟਰ ਕੀ ਹੈ ਜੀ, ਇੱਕ ਇਲੈਕਟ੍ਰੋਨਿਕ ਡਿਵਾਈਸ ਹੈ। ਧਿਆਨ ਰੱਖਣਾ ਜੀ। ਫਾਦਰ ਆਫ ਕੰਪਿਊਟਰ ਪੇਪਰ ਦੇ ਵਿੱਚ ਪੁੱਛ ਲੈਣ ਤਾਂ ਕਿਹਨੂੰ ਕਿਹਾ ਜਾਂਦਾ ਜੀ, ਤੁਸੀਂ ਕਹੋਗੇ ਜੀ ਚਾਰਲਸ ਬੈਬੇਜ ਨੂੰ ਕੀ ਕਿਹਾ ਜਾਂਦਾ ਜੀ, ਫਾਦਰ ਆਫ ਕੰਪਿਊਟਰ ਕਿਹਾ ਜਾਂਦਾ ਜੀ। ਕੰਪਿਊਟਰ ਲਿਟਰੇਸੀ ਡੇ ਕਦੋਂ ਮਨਾਇਆ ਜਾਂਦਾ ਜੀ, ਤੁਸੀਂ ਕਹੋਗੇ ਜੀ 2 ਦਸੰਬਰ ਨੂੰ ਮਨਾਇਆ ਜਾਂਦਾ ਜੀ। ਠੀਕ ਹੈ ਜੀ ਗੱਲ। ਕੰਪਿਊਟਰ ਦੇ ਵਿੱਚ ਆਪਾਂ ਕੀ ਕਰਦੇ ਹਾਂ, ਇਨਪੁੱਟ ਦਿੰਦੇ ਹਾਂ ਜੀ, ਉਦੋਂ ਬਾਅਦ ਕੀ ਹੁੰਦਾ ਜੀ, ਪ੍ਰੋਸੈਸਿੰਗ ਹੁੰਦੀ ਹੈ ਜੀ, ਫਿਰ ਬਾਅਦ ਚੋਂ ਕੀ ਨਿਕਲਦੀ ਹੈ ਜੀ, ਆਊਟਪੁੱਟ ਨਿਕਲਦੀ ਹੈ। ਇਹ ਵੀ ਗੱਲ ਤੁਹਾਨੂੰ ਪਤਾ ਹੋਣੀ ਚਾਹੀਦੀ ਆ। ਠੀਕ ਹੈ ਜੀ ਗੱਲ। ਕੰਪਿਊਟਰ ਦੇ ਨਾਲ ਸੰਬੰਧਿਤ ਆਪਾਂ ਤੁਹਾਨੂੰ ਹੋਰ ਕੀ ਦੱਸ ਸਕਦੇ ਹਾਂ ਜੀ, ਜੇ ਪੇਪਰ 'ਚ ਪੁੱਛੂਗਾ ਫਾਦਰ ਆਫ ਕੰਪਿਊਟਰ ਤੁਸੀਂ ਕਹੋਗੇ ਜੀ ਚਾਰਲਸ ਬੇਬੇਜ। ਠੀਕ ਹੈ ਜੀ। ਜੇ ਫਾਦਰ ਆਫ ਸੁਪਰ ਕੰਪਿਊਟਰ ਪੁੱਛੂਗਾ, ਸੁਪਰ ਇੰਪੋਰਟੈਂਟ ਕੁਐਸਚਨ ਹੈ ਜੀ, ਫਾਦਰ ਆਫ ਸੁਪਰ ਕੰਪਿਊਟਰ ਤਾਂ ਤੁਸੀਂ ਕਹੋਗੇ ਜੀ ਕਿਹਨੂੰ ਕਿਹਾ ਜਾਂਦਾ ਜੀ, ਸਾਈਮਰ ਕਰੇ ਨੂੰ। ਸੁਪਰ ਇੰਪੋਰਟੈਂਟ ਯਾਦ ਰੱਖਿਓ ਜੀ, ਸਾਈਮਰ ਕਰੇ ਬੰਦੇ ਦਾ ਨਾਂ ਨਹੀਂ ਭੁੱਲਣਾ ਜੀ। ਠੀਕ ਹੈ। ਅਤੇ ਫਸਟ ਸੁਪਰ ਕੰਪਿਊਟਰ ਆਫ ਵਰਲਡ ਕਿਹੜਾ ਸੀਗਾ ਜੀ, ਤਾਂ ਤੁਸੀਂ ਕਹੋਗੇ ਜੀ CDC 6600। ਠੀਕ ਹੈ। ਧਿਆਨ ਰੱਖਿਓ ਬੱਚੋ, ਇੰਪੋਰਟੈਂਟ ਹੈ ਜੀ। ਫਸਟ ਸੁਪਰ ਕੰਪਿਊਟਰ ਆਫ ਵਰਲਡ ਕਿਹੜਾ ਜੀ, CDC 6600 ਹੈ ਜੀ। ਪੇਪਰ 'ਚ ਤੁਹਾਨੂੰ ਪੁੱਛ ਲੈਣ ਫਸਟ ਸੁਪਰ ਕੰਪਿਊਟਰ ਆਫ ਇੰਡੀਆ ਕਿਹੜਾ ਜੀ, ਤਾਂ ਤੁਸੀਂ ਕਹੋਗੇ ਜੀ ਪਰਮ 8000। ਪਰਮ 8000 ਨਹੀਂ ਭੁੱਲਣਾ ਹੈਗਾ। ਕਈ ਵਾਰ ਆਪਸ਼ਨ ਦੇ ਵਿੱਚ ਕਦੇ ਇੱਥੇ 6000 ਪਾ ਦੂਗਾ, 4000 ਪਾ ਦੂਗਾ, ਸੋ ਕਨਫਿਊਜ਼ ਨਹੀਂ ਹੋਣਾ ਜੀ। ਜਿੱਥੇ ਪਰਮ 8000 ਲਿਖਿਆ ਹੋਊਗਾ ਉਹ ਸਹੀ ਆਨਸਰ ਹੋਊਗਾ ਜੀ। ਠੀਕ ਹੈ ਜੀ ਗੱਲ। ਫਸਟ ਸੁਪਰ ਕੰਪਿਊਟਰ ਆਫ ਇੰਡੀਆ ਪਰਮ 8000 ਹੋ ਗਿਆ ਜੀ। ਪਰਮ 8000 ਨੂੰ ਪੇਪਰ 'ਚ ਪੁੱਛ ਲੈਂਦੇ ਆ ਜੀ ਮਤਲਬ ਕਿਹਨੇ ਡਿਵੈਲਪ ਕੀਤਾ ਸੀ, ਤਾਂ ਯਾਦ ਰੱਖੋਗੇ ਜੀ CDEC ਨੇ। CDEC ਯਾਦ ਰੱਖੋਗੇ, ਨਾ ਕਿ CDC। CDC 6600 ਤਾਂ ਪਹਿਲਾ ਸੁਪਰ ਕੰਪਿਊਟਰ ਵਰਲਡ ਦਾ ਸੀਗਾ। ਠੀਕ ਹੈ। ਅਤੇ ਪਰਮ 8000 ਕਿਹਨੇ ਡਿਵੈਲਪ ਕੀਤਾ ਜੀ, CDEC ਨੇ। ਠੀਕ ਹੈ ਜੀ। ਪੇਪਰ 'ਚ ਇਹਦੀ ਫੁੱਲ ਫਾਰਮ ਪੁੱਛ ਲੈਂਦੇ ਜੀ, ਸੈਂਟਰ ਫॉर ਡਿਵੈਲਪਿੰਗ। ਸੁਪਰ ਇੰਪੋਰਟੈਂਟ ਹੈ ਜੀ, ਫੁੱਲ ਫਾਰਮ ਦੇ ਉੱਤੇ 2 ਕੁਐਸਚਨ ਪੱਕਾ ਆਉਂਦੇ ਨੇ ਜੀ ਕੰਪਿਊਟਰ ਦੇ ਵਿੱਚ। ਸੈਂਟਰ ਫॉर ਡਿਵੈਲਪਿੰਗ ਐਡਵਾਂਸ ਕੰਪਿਊਟਿੰਗ। ਠੀਕ ਹੈ ਜੀ। ਸੈਂਟਰ ਫॉर ਡਿਵੈਲਪਿੰਗ ਐਡਵਾਂਸ ਕੰਪਿਊਟਿੰਗ ਕੀ ਆ ਜਾਊਗਾ ਜੀ, ਇਹਦਾ ਮਤਲਬ ਫੁੱਲ ਫਾਰਮ ਆ ਜੂਗੀ। ਠੀਕ ਹੈ ਜੀ ਗੱਲ। ਤਾਂ ਯਾਦ ਰੱਖਿਓ ਆਹ 5 ਤੋਂ 7 ਗੱਲਾਂ ਤੁਸੀਂ ਯਾਦ ਰੱਖਣੀਆਂ ਨੇ ਜੀ। ਤਾਂ ਪਰ ਜਿਹੜੇ ਸੁਪਰ ਕੰਪਿਊਟਰ ਦੇ ਨਾਲ ਫਰਕ ਕੀ ਹੁੰਦਾ ਜੀ, ਬੇਸਿਕਲੀ ਕੰਪਿਊਟਰ ਹੈ ਜਿਹੜਾ ਉਹ ਮਤਲਬ ਕੀ ਹੈ ਜੀ, ਕੰਮ ਹੈ ਜਿਹੜਾ ਥੋੜ੍ਹਾ ਸਲੋ ਕਰਦਾ ਹੈ। ਸੁਪਰ ਕੰਪਿਊਟਰ ਹੈ ਜਿਹੜਾ ਉਹ ਮਿਲੀਅਨ ਆਫ ਇੰਸਟਰਕਸ਼ਨਸ ਨੇ ਜਿਹੜੀਆਂ ਉਹ ਮਤਲਬ ਸੈਕਿੰਡਸ ਦੇ ਵਿੱਚ ਹੀ ਕਰ ਦਿੰਦਾ। ਸੋ ਤਾਂ ਕਰਕੇ ਕੀ ਹੈ ਜੀ, ਮਤਲਬ ਜਿੱਥੇ ਹੁਣ ਆਪਾਂ ਕਹਿੰਦੇ ਜਿਵੇਂ ਕੋਈ ਵੈਦਰ ਫਿਨੋਮਨਾ ਹੈ ਜੀ। ਠੀਕ ਹੈ। ਫੋਰ ਐਗਜ਼ਾਮਪਲ ਜਿਵੇਂ ਮੌਸਮ ਦਾ ਤੁਸੀਂ ਕੀ ਹੈ ਜੀ, ਮੌਸਮ ਦੇ ਬਾਰੇ ਅਨੁਮਾਨ ਲਾਉਣਾ, ਤਾਂ ਉੱਥੇ ਕਿਹੜੇ ਜਿਹੜੇ ਕੰਪਿਊਟਰਸ ਨੇ ਯੂਜ਼ ਕੀਤੇ ਜਾਂਦੇ ਨੇ, ਸੁਪਰ ਕੰਪਿਊਟਰ ਯੂਜ਼ ਕੀਤੇ ਜਾਂਦੇ ਨੇ। ਠੀਕ ਹੈ ਜੀ ਗੱਲ। ਤਾਂ ਧਿਆਨ ਰੱਖਿਓ। ਠੀਕ ਹੈ ਜੀ ਗੱਲ। ਤਾਂ ਸਾਰੀਆਂ ਗੱਲਾਂ ਇਹ ਇੰਪੋਰਟੈਂਟ ਨੇ। part of CPU which coordinates all functions of computer and other components। ਕਹਿੰਦਾ CPU ਦਾ ਉਹ ਹਿੱਸਾ ਕਹਿੰਦਾ ਜਿਹੜਾ ਕੀ ਕਰਦਾ ਜੀ, ਕੰਪਿਊਟਰ ਦੇ ਸਾਰੇ ਫੰਕਸ਼ਨਸ ਨੇ ਕੀ ਕਰਦਾ ਜੀ, ਕੋਆਰਡੀਨੇਟ ਕਰਕੇ ਰੱਖਦਾ ਹੈ। ਤਾਂ ਸੁਪਰ ਇੰਪੋਰਟੈਂਟ ਕੁਐਸਚਨ ਹੈ ਜੀ। ਕੰਟਰੋਲ ਯੂਨਿਟ ਇਹਦਾ ਕੀ ਆ ਜਾਊਗਾ ਜੀ, ਸਹੀ ਆਨਸਰ ਆ ਜਾਊਗਾ। ਧਿਆਨ ਰੱਖਿਓ ਮਦਰਬੋਰਡ ਕਿੱਥੇ ਹੁੰਦਾ ਜੀ, CPU ਦੇ ਵਿੱਚ ਹੁੰਦਾ। ਹਰਾ ਜਿਹਾ ਤੁਸੀਂ ਦੇਖੋਗੇ ਮਤਲਬ ਨਾ ਕੀ CPU ਖੋਲ੍ਹ ਕੇ ਦੇਖਿਓ ਜੀ, ਉਹਦੇ ਵਿੱਚ ਮਦਰਬੋਰਡ ਦੇ ਉੱਤੇ ਸਾਰਾ ਸਮਾਨ ਹੈ ਜਿਹੜਾ ਉਹ ਟਿਕਿਆ ਹੋਇਆ ਹੁੰਦਾ, ਰੈਮ ਵਗੈਰਾ। ਠੀਕ ਹੈ ਜੀ ਗੱਲ। ਤੁਹਾਨੂੰ ਥੋੜ੍ਹਾ ਜਿਹਾ ਮੈਂ ਹੁਣ ਤੁਹਾਨੂੰ ਕੁਐਸਚਨ ਦੱਸ ਦੇਣਾ ਕੀ ਬਣ ਸਕਦੇ ਨੇ। CPU ਨੂੰ ਕੀ ਆਖਿਆ ਜਾਂਦਾ ਜੀ, ਬ੍ਰੇਨ ਆਫ ਕੰਪਿਊਟਰ। ਸੁਪਰ ਇੰਪੋਰਟੈਂਟ ਹੈ, ਯਾਦ ਰੱਖੋਗੇ। ਸੈਂਟਰਲ ਪ੍ਰੋਸੈਸਿੰਗ ਯੂਨਿਟ ਇਹਦੀ ਕੀ ਹੈ ਜੀ, ਫੁੱਲ ਫਾਰਮ ਹੈ। ਧਿਆਨ ਰੱਖਿਓ ਜੀ। ALU ਦੀ ਪੇਪਰ ਦੇ ਵਿੱਚ ਫੁੱਲ ਫਾਰਮ ਪੁੱਛ ਲੈਂਦੇ ਜੀ, ਅਰਿਥਮੈਟਿਕ ਲੌਜਿਕ ਯੂਨਿਟ।
ठीक है जी गल। वो हैगी है जी ALU की फुल फॉर्म है, ठीक है। होर ALU का काम की होंगे बेसिकली जिमें आप कहते हैं ना डिवीजन करनी, एडिंग करनी, मल्टीप्लाई करना, ठीक है जी गल, गुणा करना, ठीक है। ये सारे जोड़े काम होंगे ने ALU के होंगे ने, ये हेठा आते हैं जी ये सारे काम, ठीक है। तो होर पेपर के पुछ लैन जिमें आप कह दीए मैमरीज, कंप्यूटर दी दो तरह दी मैमरीज होंगे ने जी, प्राइमरी मैमरी तो सैकेंडरी मैमरी, ठीक है जी गल। प्राइमरी मैमरी के की आ जाता है जी रैम तो रोम आ जाता है जी, ठीक है जी गल। तो सैकेंडरी मैमरी के आ जाता जी तुहाडा मैगनैटिक डिस्क आ जाती है, मैगनैटिक टेप आ जाता है जी तुहाडा, ऑप्टिकल डिस्क आ जाती है, तो फ्लैश ड्राइव मैमरीज जिमें पेन ड्राइव वगैरह जी, तो ये आ जाती है जी। प्राइमरी मैमरी मैं तुहानूं पहलां भी दस चुकिया जी, हुण भी दस दिना। प्राइमरी मैमरी फॉर एग्जाम्पल मैं तुहानूं देसी भाषा समझावां भी जिमें आप रोटी खाने, ठीक है जी गल, तो वो अपनी की है जी बेसिक नीड आ, मतलब कहने का मतलब है भी रोटी बिना अपना नहीं सर सकता, तो उवें कंप्यूटर का प्राइमरी मैमरी बिना नहीं सर सकता, ठीक है जी गल। जिमें आप कदे कदाई बर्गर वगैरह या फास्ट फूड वगैरह खा लैंदे आ, तो वह काहदे विच आ जाता जी भी आपां नूं उहदे बिना सर सकदा है, ठीक है जी गल। तो उवें सैकेंडरी मैमरी है जी कंप्यूटर की, तो इन्नी गल तुसीं याद रख लिओ, ठीक है जी गल। रैम पेपर के पुछ लैंदे किहड़ी मैमरी है, तो तुसीं कहोगे जी प्राइमरी मैमरी है। तो होर किहड़ी मैमरी है जी, ये वोलाटाइल मैमरी है, ठीक है। मतलब जो की है जी तुसीं की कर दोगे, स्विच ऑफ कर दोगे, मतलब पावर सप्लाई ऑफ कर दोगे तो डाटा इरेज हो जाऊगा, पर रोम के डाटा इरेज नहीं होंदा हैगा, ये नॉन वोलाटाइल आ, ठीक है जी गल। तो ध्यान रखियो, ये सारियां गल्लां मैं तुहानूं दसतियां जी। कंप्यूटर के पेपर के पुछ लैन कितनियां जनरेशन ने, तुसीं कहोगे जी 5 जनरेशन ने जी। पहली जनरेशन ਦੇ ਵਿੱਚ ਕੀ यूज़ ਹੁੰਦਾ ਸੀਗਾ जी, वैक्यूम ट्यूब्स यूज़ ਹੁੰਦੀਆਂ ਸੀ। ਦੂਜੀ ਜਨਰੇਸ਼ਨ ਦੇ ਵਿੱਚ ਕੀ यूज़ ਹੁੰਦਾ ਸੀਗਾ जी, ट्रांजिस्टर्स आ गए। तीजी जनरेशन ਦੇ ਵਿੱਚ ਕੀ ਆ ਗਿਆ जी, IC चिप्स आ गई, ठीक है जी गल। चौथी जनरेशन ਦੇ ਵਿੱਚ ਕੀ आ गया जी, ਤੁਹਾਡਾ माइक्रो प्रोसैसरस आ गए। पंजवीं जनरेशन ਦੇ ਵਿੱਚ ਕੀ आ गया जी, आर्टिफिशियल इंटैलीजेंस। इत्थों क्वेश्चन बहुत बनता है कि पंजवीं जनरेशन ਦੇ ਵਿੱਚ ਕੀ यूज़ कराया जान लग गया, आर्टिफिशियल इंटैलीजेंस यूज़ करन लग गए, ठीक है। दूजी जनरेशन ਦੇ ਵਿੱਚ ਕੀ यूज़ करते सी, ट्रांजिस्टर यूज़ करते ਸੀਗੇ, ठीक है जी गल। पहली जनरेशन ਦੇ ਵਿੱਚ ਜਿਹੜੀ ਲੈਂਗੁਏजेस ਹੁੰਦੀ ਸੀ ਉਹ ਕਿਹੜੀ ਹੁੰਦੀ ਸੀ ਜੀ, ਬਾਈਨਰੀ ਲੈਂਗੁਏਜ ਹੁੰਦੀ ਸੀਗੀ ਜੀ, ਜਾਂ ਮਸ਼ੀਨ ਲੈਂਗੁਏਜ ਕਹਿੰਦੇ ਸੀ। ਦੂਜੀ ਜਨਰੇਸ਼ਨ ਦੇ ਵਿੱਚ ਲੈਂਗੁਏਜ ਕਿਹੜੀ ਯੂਜ਼ ਹੁੰਦੀ ਸੀ, ਤੁਸੀਂ ਕਹੋਗੇ ਜੀ ਫੋਰਟਰੈਨ ਐਂਡ ਕਬੋਲ ਹੈ ਜਿਹੜੀ ਹੋ ਗਈ ਹੈ ਜੀ ਸੈਕਿੰਡ ਜਨਰੇਸ਼ਨ ਕੰਪਿਊਟਰ ਦੀਆਂ ਲੈਂਗੁਏजेस ਨੇ। ਫੋਰਟਰੈਨ ਦੀ ਫੁੱਲ ਫਾਰਮ ਲਿਖ ਲਓ ਸਾਰੇ ਜਾਣੇ, ਫਾਰਮੂਲਾ ਟਰਾਂਸਲੇਸ਼ਨ। ਕਬੋਲ ਦੀ ਪੇਪਰ ਦੇ ਵਿੱਚ ਪੁੱਛ ਲੈਂਦੇ ਆ ਜੀ ਕਾਮਨ ਬਿਜ਼ਨਸ ਓਰੀਐਂਟਡ ਲੈਂਗੁਏਜ, ਠੀਕ ਹੈ ਜੀ ਗੱਲ। ਤਾਂ ਧਿਆਨ ਰੱਖਿਓ, ਸਾਰੀਆਂ ਗੱਲਾਂ ਇੰਪੋਰਟੈਂਟ ਨੇ। ਫੋਰਟਰੈਨ ਦਾ ਤੁਹਾਨੂੰ ਮੈਂ ਫਾਊਂਡਰ ਦੱਸ ਦਿੰਦਾ ਜੀ, ਫੋਰਟਰੈਨ ਜਿਹੜੀ मतलब लैंगुएज बनाई सी, पेपर 'ਚ ਪੁੱਛ ਸਕਦੇ ਨੇ। ਤੇ ਕਬੋਲ ਦੋਨਾਂ ਦੇ ਤੁਹਾਡੇ ਯਾਦ ਹੋਣੇ ਚਾਹੀਦੇ ਨੇ। याद ਇਹ ਤਾਂ ਹੋਣਗੇ ਜੇ ਤੁਸੀਂ ਰਿਪੀਟ ਕਰੋਗੇ, ਤੇ ਤੁਹਾਡੇ ਕੀ ਹੈ ਜੀ ਇੱਕ मतलब ਨੋਟਸ ਬਣਾ ਲਓ, ਇੱਕ ਪੇਜ ਦੇ ਉੱਤੇ ਸਾਰੇ ਫਾਊਂਡਰ ਲਿਖ ਲਓ, ਠੀਕ ਹੈ ਜੀ ਗੱਲ। ਕਬੋਲ ਦਾ ਪੇਪਰ ਦੇ ਵਿੱਚ ਪੁੱਛ ਲੈਣ ਤਾਂ ਤੁਸੀਂ ਕਹੋਗੇ ਜੀ ਗ੍ਰੇਸ ਹੋਪਰ। ਗ੍ਰੇਸ ਹੋਪਰ ਕਿਹੜੀ ਲੈਂਗੁਏਜ ਦਾ ਫਾਊਂਡਰ ਹੈ ਜੀ, ਕਬੋਲ ਦਾ ਜੀ, ਠੀਕ ਹੈ। ਜੌਹਨ ਬਰਕਸ ਕਾਹਦਾ ਜੀ, ਫੋਰਟਰੈਨ ਦਾ। ਇਹ ਦੋਨੇ ਕੀ ਹੈ ਜੀ ਹਾਈ ਲੈਵਲ ਲੈਂਗੁਏजेस ਨੇ। ਦੋ ਤਰ੍ਹਾਂ ਦੀਆਂ ਲੈਂਗੁਏजेस ਹੁੰਦੀਆਂ ਨੇ ਜੀ, ਲੋਅ ਲੈਵਲ ਲੈਂਗੁਏਜ ਅਤੇ हाई लैवल लैंगुएज, ठीक है जी। लो लैवल लैंगुएज की एक ट्रिक बनाई हुई है जी आप MLA, एल तो लो लैवल लैंगुएज, M तो मशीन लैंगुएज तो असैंबली लैंगुएज, ठीक है जी गल। तो MLA तो याद रख लियो। हाई लैवल लैंगुएज के किहड़ियां जी, C आ जाती है, C++ आ जाती है, तुहाडी कबोल आ जाती है जी तुहाडी, तो तुहाडी फॉरट्रैन आ जाती है। सारियां की ने जी हाई लैवल लैंगुएजेस ने, ठीक है जी गल। तो यदा जिहड़ा सही आंसर आना सी, थर्ड ऑप्शन आना सी, कंप्यूटर का कंट्रोल यूनिट, ठीक है जी, जिहड़ा कि सारे फंक्शनस नूं की करदा जी कोआर्डीनेट करके रखदा है जी, ठीक है। तो चलते हैं नैक्सट क्वेश्चन वाल। विच इज़ पार्ट ऑफ CPU, सेंट्रल प्रोसैसिंग यूनिट का हेठ लिखिया विचों किहड़ा पार्ट हैगा। कीबोर्ड जी, कीबोर्ड तो एक आउटपुट तुहाडा की है जी हार्डवेयर है जी, ठीक है जी गल। प्रिंटर भी एक हार्डवेयर है जी, टेप भी एक हार्डवेयर है जी। तो ALU ये की है जी हिस्सा हुंदा गा किहदा, CPU का। ALU दे विच सारे फंक्शनस मतलब हुंदे ने, प्लस करना, सबट्रैक्ट करना, गुणा करना, डिवाइड करना, सारा किहदा काम हुंदा जी, अरिथमैटिक लॉजिक यूनिट का हुंदा। ध्यान रखियो इंपॉर्टेंट है। CPU नूं होर की आख्या जांदा जी, ब्रेन ऑफ कंप्यूटर। रिवीजन तो छड्डनी ही नहीं हैगी, ठीक है। प्रिंटर है, जिहड़े प्रिंटर दो तरह के होंदे ने, तुहानूं पता होना चाहिए। इंपैक्ट प्रिंटर होंदे ने, एक नॉन इंपैक्ट प्रिंटर होंदे ने। इंपैक्ट प्रिंटर दी कैटेगरीज ते नॉन इंपैक्ट प्रिंटर्स दे टाइप्स, मतलब इंपैक्ट प्रिंटर के टाइप्स तो नॉन इंपैक्ट प्रिंटर के टाइप्स ने जिहड़े तुसीं मतलब कॉमेंट सैक्शन दे विच जिहड़े ओह लिखने हैं। कीबोर्ड ऑप्शन दे विच पिया जी, कीबोर्ड तो तुहानूं पता होना चाहिए जी फाउंडर। कीबोर्ड नूं किहने मतलब बनाया सी, इन्वेंट किहने कीता सी, तो तुसीं कहोगे जी लैथम शॉल्स ने कीता सीगा जी, कीबोर्ड नूं बनाया सीगा, ठीक है जी गल। कीबोर्ड दे विच सारे नालों वड्डी की हुंदी है जिहड़ी, ओह किहड़ी हुंदी है जी, तुसीं कहोगे जी स्पेस बार सारे नालों लंबी की हुंदी है जी, ठीक है। तो कीज़ तो मैनूं एक याद आया जी, कीज़ भी जिहड़ियां हुंदियां जी, ओह दो तरह दी हुंदियां जी। एक हुंदियां तुहाडीआं टॉगल कीज़,
ठीक है। एक होंदियां तुहाडियां मॉडिफायर कीज़, मॉडिफायर कीज़, ठीक है जी गल। मॉडिफायर कीज़ तुहानूं पता होना चाहिए किहड़ियां किहड़ियां होंदियां जी, अल्ट, कंट्रोल ते शिफ्ट। बच्चों ये क्वेश्चन पक्का पेपर दे विच आउंदा ही आउंदा है, ध्यान रखियो, ठीक है जी। ते टॉगल कीज़ दे विच किहड़ियां किहड़ियां आ जांदियां जी, नम लॉक ते कैप्स लॉक। कैप्स लॉक है जिहड़ी वो की है जी, टॉगल की है, जिवें मर्जी एग्जामिनर है जिहड़ा क्वेश्चन बना ले तां तुसीं इत्थों दस सकोगे, ठीक है। कैप्स लॉक की काहदे वास्ते यूज़ की जाती है, मतलब सारे अखर है जिहड़े वो वड्डे पाउण लई, जिवें ALU वड्डा पाउणा तां तुसीं कैप्स लॉक की नप दोगे तो सारे अखर है जिहड़े वो कैपीटल पैन लग जाएंगे। ध्यान रखियो, गल्लां इंपॉर्टेंट ने। होर तुहानूं पेपर दे विच पुछ ले, देखो मैनूं कीबोर्ड तो याद आया सी, कौन है इहदा इन्वेंटर, लैथम शॉल्स है। जे तुहानूं माउस का पुछ ले, ठीक है, तो तुसीं कहोगे जी डगलस एलैंगबर्ट, ठीक है। डगलस एलैंगबर्ट किहदा जी, माउस का जी, ठीक है। सोनू पेपर दे विच पुछ ले सी लैंगुएज, सी लैंगुएज का कौन है जी, तुसीं कहोगे जी डेनिस रिची, ठीक है। डेनिस रिची किहदा जी, सी लैंगुएज का, ठीक है। C++ का पुछ ले तो तुसीं कहोगे जी बाजार ने स्ट्रॉटस्टप, ठीक है जी। एप्पल कंप्यूटर्स का पेपर दे विच पुछ लैण तो तुसीं कहोगे जी स्टीव जॉब्स, ठीक है। एप्पल का एट प्रेजेंट तुसीं CEO कमेंट सैक्शन दे विच जरूर दसोगे, इंपॉर्टेंट है, ठीक है। माइक्रोसॉफ्ट का पेपर च पुछ लैण कौन है जी, तो इन्वेंटर कौन ने जी, बिल गेट्स ते पॉल एलन। नहीं भुलना बच्चों, बिल गेट्स का सारिਆਂ ਨੂੰ पता होंदा है, पॉल एलन नहीं भुलना हैगा, क्योंकि नाल असिस्टेंट मतलब पॉल एलन भी सीगा, ठीक है जी गल। माइक्रोसॉफ्ट, ठीक है। गूगल का पुछ लैण, मेरे याद आई जांदियां ने, सो प्लीज़ सारियां चीज़ां लिखी जाया करो तो रिवाइज़ करी जाया करो। गूगल का हैगा जी लैरी पेज ते सरजी ब्रिन, ये किहदा जी, गूगल दे है। थोनू WWW वर्ल्ड वाइड वैब का पुछ लैण तो तुसीं कहोगे जी टिम बर्नर ली, ठीक है, ये भी तुसीं याद रखोगे। सोनू होर पेपर दे विच पुछ लैण आर्टिफिशियल इंटैलीजेंस दे कौन ने जी, तुसीं कहोगे जी जॉन मकार्थे, जॉन मकार्थे याद रखोगे। होर सोनू पेपर दे विच होर की पुछ सकदे ने, तां काफ़ी इन्ने क याद कर लिओ जी, ठीक है। तां इहदा जिहड़ा सही आंसर आ जाऊगा जी ALU आ जाऊगा। जेकर तुहानूं होर भी फाउंडर पता ने, 2-4 रह गए मैनूं लगदा शायद, ठीक है, तो मेरे दिमाग चों स्किप हो गए तो तुसीं कमेंट सैक्शन दे विच दस सकदे हो, तां जो दूजे बच्चों नूं पता लग सके, ठीक है जी। चलदे हां नैक्सट क्वेश्चन वल। पार्ट ऑफ कंप्यूटर विच डज एडिशन, सबट्रैक्शन, मल्टीप्लीकेशन, डिवीजन एंड कंपैरिजन। सो मैं पहला भी दस चुका जी, ऐड, सबट्रैक्शन, मल्टीप्लाई, डिवीजन ते तुहाडा कंपैरिजन वगैरह वो किहड़ा पार्ट आ जिहड़ा वो CPU का करदा है, तो तुसीं ALU, ताइयों इहदा नाम है जी अरिथमैटिक लॉजिक यूनिट, याद रखोगे, इंपॉर्टेंट है। CPU नूं की आख्या जांदा है जी, ब्रेन ऑफ कंप्यूटर आख्या जांदा है जी, ठीक है जी गल। तो होर पेपर दे विच पुछ लैण मैमरी, मैमरी है जिहड़ी मैं दस चुकिया जी, दो तरह की होंदी है जी, एक प्राइमरी मैमरी होंदी है, एक सैकेंडरी मैमरी होंदी है। प्राइमरी मैमरी नूं दे विच किहड़ियां चीज़ां आ जांदियां जी, रैम आ जांदी है ते रोम आ जांदी है, ठीक है। सोनू मैं ते सैकेंडरी मैमरी च किहड़ियां आ जांदियां जी, मैगनैटिक टेप आ जांदी है, मैगनैटिक डिस्क आ जांदी है, ऑप्टिकल डिस्क आ जांदी है ते फ्लैश ड्राइव मैमरी आ जांदी है, ठीक है। हुण मैं तुहानूं थोड़ा जिहा समझा दिंदा जी। रैम, रैम है जिहड़ा दो तरह का हुंदा जी, एक हुंदा S रैम, एक हुंदा जी D रैम। पहली गल तो तुहानूं इहदी फुल फॉर्म पता होनी चाहिए है, रैंडम एक्सैस मैमरी। जे मूहरे S लग गया तो S का मतलब की है जी, स्टैटिक रैंडम एक्सैस मैमरी। D लग गया मूहरे तो डायनामिक रैंडम एक्सैस मैमरी, ठीक है जी गल। स्टैटिक रैंडम एक्सैस मैमरी नूं की है जी, पेपर च पुछ लैंदे है कि किहनूं रिफ्रैश करन दी लोड़ पैंदी है तो किहनूं नहीं पैंदी, ठीक है जी गल। तो S रैम नूं रिफ्रैश करन दी लोड़ नहीं पैंदी, D रैम नूं रिफ्रैश करन दी लोड़ पैंदी है, ठीक है जी गल, याद रखोगे। तो होर पेपर दे विच सोनू पुछ लैण, बस इन्नियां गल्लां याद रख लिओ जी, ठीक है। तो ये संबंधित बस हो गया, मैमरी तुहानूं मैं दस चुकिया जी, ठीक है। तो चलते हैं नैक्सट क्वेश्चन वाल, ठीक है जी। तो यदा जो आंसर आना सी ALU आना सीगा, ठीक है। मैन्यूपलेटिंग डाटा टू क्रिएट इनफॉर्मेशन इज़ नोन एज, जे मैन्यूपलेटिंग का बेसिकली मतलब की होंदा पंजाबी दे विच, मतलब जांच पड़ताल करनी, ठीक है जी गल। डाटे नूं मैन्यूपलेट करना तो उन्होंने इनफॉर्मेशन दे विच क्रिएट करना, ठीक है, वो प्रोसैस नूं की कहा जाता है, तो प्रोसैसिंग ही कहा जाता है, तुहानूं पता ही है सारिਆਂ नूं, ठीक है। कंप्यूटर दे विच आपां पहलां इनपुट दिंदे हो जाता जी, प्रोसैसिंग होण लग जाती है, बाद चों आपां नूं की निकलदी है जी,
ਆਊਟਪੁੱਟ ਨਿਕਲਦੀ ਹੈ। ਇਨਪੁੱਟ ਡਿਵਾਈਸਿਸ ਹੁੰਦੀਆਂ ਤੇ ਇੱਕ ਕਿਹੜੀਆਂ ਹੁੰਦੀਆਂ ਜੀ ਆਊਟਪੁੱਟ ਡਿਵਾਈਸਿਸ ਹੁੰਦੀਆਂ। ਇਨਪੁੱਟ ਕਿੰਨੇ ਜਿਹੜੀਆਂ ਤੇ ਸਿਰਫ ਆਪਾਂ ਕੀ ਕਰ ਸਕਦੇ ਹਾਂ ਉਹਦੇ ਵਿੱਚ ਇਨਪੁੱਟ ਦੇ ਸਕਦੇ ਹਾਂ ਪਰ ਉਹਦੇ 'ਚ ਕੋਈ ਆਊਟਪੁੱਟ ਨਹੀਂ ਆਊਗੀ, ਜਿਵੇਂ ਕਿ ਕੀਬੋਰਡ, ਮਾਊਸ, ਠੀਕ ਹੈ ਜੀ ਗੱਲ। ਅਤੇ ਤੁਹਾਡਾ ਹੋਰ ਕੀ ਹੋ ਸਕਦਾ ਜੀ, ਲਾਈਟ ਪੈਨ ਹੋ ਗਿਆ, ਠੀਕ ਹੈ। ਅਤੇ ਸਾਰੇ ਕੀ ਦੀ ਐਗਜ਼ਾਮਪਲਾਂ ਨੇ ਜੀ ਇਨਪੁੱਟ ਡਿਵਾਈਸਿਸ ਦੀਆਂ ਨੇ, ਠੀਕ ਹੈ ਜੀ ਗੱਲ। ਅਤੇ ਆਊਟਪੁੱਟ ਡਿਵਾਈਸਿਸ ਦੀਆਂ ਕਿਹੜੀਆਂ ਨੇ ਜੀ, ਪ੍ਰਿੰਟਰ ਹੈ ਜੀ, ਠੀਕ ਹੈ। ਅਤੇ ਤੁਹਾਡਾ ਸਪੀਕਰਸ ਨੇ, LED ਸਕਰੀਨ ਹੈ ਜੀ, ਠੀਕ ਹੈ। ਅਤੇ LED ਤੋਂ ਮੈਨੂੰ ਇੱਕ ਯਾਦ ਆਈ ਜੀ ਗੱਲ, LED ਦੀ ਪੇਪਰ ਦੇ ਵਿੱਚ ਫੁੱਲ ਫੋਰਮ ਪੁੱਛ ਲੈਂਦੇ ਆ, LCD ਦੀ ਫੁੱਲ ਫੋਰਮ ਪੁੱਛ ਲੈਂਦੇ ਆ, ਠੀਕ ਹੈ ਜੀ ਗੱਲ। ਤਾਂ ਤੁਸੀਂ ਕਹੋਗੇ ਜੀ ਲਾਈਟ ਐਮਿਟਿੰਗ ਡਾਇਓਡ ਕੀ ਹੈ ਜੀ, ਫੁੱਲ ਫੋਰਮ ਹੈ ਕਿਹਦੀ, LED ਦੀ। LCD ਦੀ ਫੁੱਲ ਫੋਰਮ ਪਤਾ ਹੋਣੀ ਚਾਹੀਦੀ ਹੈ ਜੀ, ਲਿਕੁਇਡ ਕ੍ਰਿਸਟਲ ਡਿਸਪਲੇ, ਠੀਕ ਹੈ ਜੀ ਗੱਲ। ਇਹ ਕਿਹਦੀ ਫੁੱਲ ਫੋਰਮ ਹੈ, LCD ਦੀ ਹੈ। ਇੱਕ ਤੁਹਾਨੂੰ ਪੇਪਰ ਦੇ ਵਿੱਚ ਪੁੱਛ ਲੈਂਦੇ ਆ BCC ਦੀ ਫੁੱਲ ਫੋਰਮ ਦੱਸੋ ਜੀ, ਤਾਂ ਤੁਸੀਂ ਕਹੋਗੇ ਜੀ ਬਲਾਈਂਡ ਕਾਰਬਨ ਕਾਪੀ, ਠੀਕ ਹੈ ਜੀ ਗੱਲ। ਈਮੇਲ ਤੋਂ ਮੈਨੂੰ ਗੱਲ ਯਾਦ ਆਈ, ਈਮੇਲ ਦੀ ਫੁੱਲ ਫੋਰਮ ਪੇਪਰ ਦੇ ਵਿੱਚ ਪੁੱਛ ਲੈਂਦੇ ਆ, ਤਾਂ ਤੁਸੀਂ ਕਹੋਗੇ ਜੀ ਇਲੈਕਟ੍ਰੋਨਿਕ ਮੇਲ, ਇਹਦੀ ਕੀ ਹੁੰਦੀ ਹੈ, ਫੁੱਲ ਫੋਰਮ ਹੁੰਦੀ ਹੈ। ਈਮੇਲ ਦੇ ਪੇਪਰ ਦੇ ਵਿੱਚ ਫਾਊਂਡਰ ਪੁੱਛ ਲੈਣ ਤਾਂ ਤੁਸੀਂ ਕਹੋਗੇ ਜੀ ਕੀ ਕੌਣ ਹੈ ਜੀ, ਰੇ ਟੋਮਿਲਸਨ ਕਿਹਦੇ ਫਾਊਂਡਰ ਨੇ ਜੀ, ਈਮੇਲ ਦੇ, ਠੀਕ ਹੈ। ਅਤੇ ਪਹਿਲੀ ਫ੍ਰੀ ਮੇਲ ਕਿਹੜੀ ਸੀ, ਤਾਂ ਤੁਸੀਂ ਕਹੋਗੇ ਜੀ ਹੌਟਮੇਲ, ਠੀਕ ਹੈ। ਇਹ ਵੀ ਤੁਸੀਂ ਗੱਲਾਂ ਯਾਦ ਰੱਖੋਗੇ। ਇਕੱਲੀ ਗੱਲ ਦੇ ਵਿੱਚ ਕੀ ਹੈ ਜੀ, ਕੁਐਸਚਨ ਲੁਕਿਆ ਹੋਇਆ, ਤਾਂ ਪ੍ਰੋਸੈਸਿੰਗ ਇਹਦਾ ਕੀ ਆ ਜਾਊਗਾ ਜੀ, ਸਹੀ ਆਨਸਰ ਆ ਜਾਊਗਾ। ਅਰਿਥਮੈਟਿਕ ਐਂਡ ਲੌਜਿਕ ਯੂਨਿਟ, ਠੀਕ ਹੈ। ਇਹਦੇ ਬਾਰੇ ਆਪਾਂ ਗੱਲਾਂ ਦੇਖਣੀਆਂ ਕਿਹੜੀਆਂ ਸਹੀ ਨੇ। ਪਰਫੋਰਮ ਅਰਿਥਮੈਟਿਕ ਆਪਰੇਸ਼ਨਸ, ਬਿਲਕੁਲ ਜੀ ਇਹ ਪੁਆਇੰਟ ਸਹੀ ਹੈ, ਕਿਉਂਕਿ ਮੈਂ ਤੁਹਾਨੂੰ ਦੱਸ ਚੁੱਕਿਆ ਅਰਿਥਮੈਟਿਕ ਆਪਰੇਸ਼ਨ ਮਤਲਬ ਐਡਿੰਗ ਕਰਨਾ, ਸਬਟਰੈਕਟ ਕਰਨਾ, ਗੁਣਾ, ਮਲਟੀਪਲਾਈ, ਸਾਰੇ ਕੀ ਹੁੰਦੇ ਆ ਜੀ, ਮਤਲਬ ਇਹਦੇ ਕੰਮ ਨੇ, ਠੀਕ ਹੈ, ਬਿਲਕੁਲ ਸਹੀ ਹੈ। ਸਟੋਰ ਡਾਟਾ, ਨਹੀਂ ਜੀ, ਡਾਟੇ ਨੂੰ ਨਹੀਂ ਸਟੋਰ ਕਰਦਾ। ਪਰਫੋਰਮ ਕੰਪੈਰੀਜ਼ਨ ਬਿਲਕੁਲ ਕਰਦਾ ਜੀ ਇਹ। ਤਾਂ ਕਿਹੜੇ ਪੁਆਇੰਟ ਸਹੀ ਹੋਏ ਜੀ, ਪਹਿਲਾ ਅਤੇ ਤੀਜਾ। ਤਾਂ ਕਿਹੜੀ ਆਪਸ਼ਨ ਦੇ ਵਿੱਚ ਹੈ ਜੀ ਇਹ, D ਆਪਸ਼ਨ ਇਹਦਾ ਕੀ ਆ ਜਾਊਗਾ ਜੀ, ਸਹੀ ਆਨਸਰ ਆ ਜਾਊਗਾ। ਧਿਆਨ ਰੱਖਿਓ, ਠੀਕ ਹੈ। ਮੈਂ ਅਰਿਥਮੈਟਿਕ ਲੌਜਿਕ ਯੂਨਿਟ ਬਾਰੇ ਤੁਹਾਨੂੰ ਮੈਂ ਦੱਸ ਹੀ ਚੁੱਕਿਆ ਬੇਸਿਕ, ਬਸ 2-4 ਗੱਲਾਂ ਇਹਦੇ ਨਾਲ ਸੰਬੰਧਿਤ ਯਾਦ ਕਰ ਲਿਓ। ਇੱਕ ਮੈਂ ਤੁਹਾਨੂੰ ਸ਼ਾਰਟਕਟ ਕੀ ਯਾਦ ਕਰਾ ਦੇਣਾ ਜੀ, ਕੰਟਰੋਲ ਪਲੱਸ ਸੈਮੀਕੋਲਨ, ਠੀਕ ਹੈ। ਤੁਸੀਂ ਇੱਕ ਹੋਰ ਯਾਦ ਕਰਨੀ ਹੈ, ਕੰਟਰੋਲ, ਠੀਕ ਹੈ, ਵਿੱਚ ਜੇ ਸ਼ਿਫਟ ਪਾ ਦਿਓ ਅਤੇ ਨਾਲ ਸੈਮੀਕੋਲਨ ਵੀ ਰਹਿ ਜੇ ਤਾਂ ਦੋਨਾਂ ਦੀਆਂ ਇਕੱਠੀਆਂ ਯਾਦ ਕਰਨੀਆਂ ਜੀ। ਕੰਟਰੋਲ ਸੈਮੀਕੋਲਨ ਕਿਹਦੀ ਸ਼ਾਰਟਕਟ ਕੀ ਹੈ ਜੀ, ਤਾਂ ਤੁਸੀਂ ਕਹੋਗੇ ਜੀ ਕਰੰਟ ਡੇਟ ਦੀ ਹੈ ਜੀ, ਠੀਕ ਹੈ। ਅਤੇ ਜੇ ਕਰੰਟ ਟਾਈਮ ਪਾਉਣਾ ਤਾਂ ਕਰੰਟ ਤੱਕ ਉਹਦੇ ਵਾਸਤੇ ਸ਼ਾਰਟਕਟ ਕਿਹੜੀ ਹੈ ਜੀ, ਕੰਟਰੋਲ ਸ਼ਿਫਟ ਪਲੱਸ ਸੈਮੀਕੋਲਨ, ਠੀਕ ਹੈ। ਧਿਆਨ ਰੱਖਿਓ, ਰਿਪੀਟ ਕਰ ਦੇਣਾ, ਕੰਟਰੋਲ ਪਲੱਸ ਸੈਮੀਕੋਲਨ ਜੇ ਨੱਪੋਗੇ ਤਾਂ ਕਰੰਟ ਡੇਟ ਪੈ ਜਾਊਗੀ। ਉਹਦੀ ਸ਼ਾਰਟਕਟ ਕੀ ਹੈ, ਕੰਟਰੋਲ ਪਲੱਸ ਸ਼ਿਫਟ ਪਲੱਸ ਸੈਮੀਕੋਲਨ ਦੀ ਸ਼ਾਰਟਕਟ ਕੀ ਹੈ ਕਿਹਦੀ ਜੀ, ਕਰੰਟ ਟਾਈਮ ਦੀ ਹੈ, ਠੀਕ ਹੈ ਜੀ ਗੱਲ। ਹੋਰ ਸ਼ਾਰਟਕਟ ਕੀ, ਸੁਪਰ ਇੰਪੋਰਟੈਂਟ ਲਿਖ ਲਓ ਜੀ, ਕਾਪੀਰਾਈਟ ਦੀ ਸ਼ਾਰਟਕਟ ਕਿਹੜੀ ਹੈ ਜੀ, ਤਾਂ ਤੁਸੀਂ ਕਹੋਗੇ ਜੀ ਆਲਟ ਕੰਟਰੋਲ ਪਲੱਸ C। ਮੈਨੂੰ ਹੋਰ ਵੀ ਯਾਦ ਆ ਗਿਆ ਜੀ ਇੱਕ, ਜੇ ਤੁਹਾਨੂੰ ਪੇਪਰ ਦੇ ਵਿੱਚ ਪੁੱਛ ਲੈਣ ਇਨਸਰਟ ਲਾਈਨ ਬ੍ਰੇਕ ਦੀ ਸ਼ਾਰਟਕਟ ਕਿਹੜੀ ਹੈ ਜੀ, ਤਾਂ ਤੁਸੀਂ ਕਹੋਗੇ ਜੀ ਕੰਟਰੋਲ ਪਲੱਸ ਐਂਟਰ, ਠੀਕ ਹੈ। ਇਨਸਰਟ ਲਾਈਨ ਬ੍ਰੇਕ ਦੀ ਹੈ। ਜੇ ਤੁਹਾਨੂੰ ਥੋੜ੍ਹਾ ਜਿਹਾ ਤਬਦੀਲ ਕਰਕੇ ਦੇ ਮੈਨੂਅਲ ਲਾਈਨ ਬ੍ਰੇਕ ਦੀ ਸ਼ਾਰਟਕਟ ਕਿਹੜੀ ਹੈ ਜੀ, ਤਾਂ ਫਿਰ ਉੱਥੇ ਵੀ ਥੋੜ੍ਹਾ ਜਿਹਾ ਤਬਦੀਲ ਹੋ ਜਾਂਦਾ ਜੀ, ਕੰਟਰੋਲ ਦੀ ਜਗ੍ਹਾ 'ਤੇ ਕੀ ਆ ਜਾਂਦਾ, ਸ਼ਿਫਟ ਆ ਜਾਂਦਾ, ਐਂਟਰ ਉਵੇਂ ਹੀ ਰਹਿੰਦਾ, ਠੀਕ ਹੈ। ਇਹ ਵੀ ਗੱਲ ਤੁਸੀਂ ਯਾਦ ਰੱਖਣੀ ਹੈ। ਤੁਹਾਨੂੰ ਮੈਂ ਬਹੁਤ ਵਾਰ ਦੱਸ ਚੁੱਕਿਆ ਪਿਛਲੇ ਸੈਟਸ ਦੇ ਵਿੱਚ, ਸਬਸਕ੍ਰਿਪਟ ਹੁੰਦਾ ਜੀ ਇੱਕ ਸੁਪਰਸਕ੍ਰਿਪਟ ਹੁੰਦਾ, ਤਾਂ ਦੋਨਾਂ ਦੀ ਜਿਹੜੀ ਸ਼ਾਰਟਕਟ ਕੀ ਹੈ ਉਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਮੈਨੂੰ ਦੱਸੋਗੇ, ਠੀਕ ਹੈ ਜੀ ਗੱਲ। ਤਾਂ ਚੱਲਦੇ ਹਾਂ ਨੈਕਸਟ ਕੁਐਸਚਨ ਵੱਲ। ਦਾ ਟਰਮ GIGO, ਪਹਿਲੀ ਗੱਲ ਤਾਂ ਇਹਦੀ ਤੁਹਾਨੂੰ ਫੁੱਲ ਫੋਰਮ ਪਤਾ ਹੋਣੀ ਚਾਹੀਦੀ ਹੈ ਜੀ, ਗਾਰਬੇਜ ਇਨ ਗਾਰਬੇਜ ਆਊਟ, ਇਹਦੀ ਫੁੱਲ ਫੋਰਮ ਹੈ ਜੀ, ਠੀਕ ਹੈ। ਮਤਲਬ ਜੇ ਕੋਈ ਤੁਹਾਡਾ ਕੀ ਹੈ ਜੀ ਐਰਰ ਟਾਈਪ ਕੋਈ ਪ੍ਰੋਗਰਾਮ ਹੈ ਜਿਹੜਾ ਉਹ ਐਗਜ਼ੀਕਿਊਟ ਹੋ ਜੇ ਤਾਂ ਉਹਨੂੰ ਕੀ ਕਰਦਾ, ਮਤਲਬ ਗਾਰਬੇਜ ਦੀ ਤਰ੍ਹਾਂ ਅੰਦਰ ਵਾੜ ਕੇ ਬਾਹਰ ਹੀ ਕੱਢ ਦਿੰਦਾ। ਤਾਂ ਦੇਸੀ ਭਾਸ਼ਾ 'ਚ ਆਪਾਂ ਇਹ ਕਹੀਏ ਤਾਂ ਇਹ ਕਾਹਦੇ ਲਈ ਵਰਤਿਆ ਜਾਂਦਾ, ਤਾਂ ਐਕੂਰੇਸੀ ਲਿਆਉਣ ਦੇ ਲਈ ਇਹ ਜਿਹੜਾ ਹੈਗਾ ਜੀ ਵਰਤਿਆ ਜਾਂਦਾ। ਤਾਂ ਇਹਦਾ ਜਿਹੜਾ 1 ਲਾਈਨਰ ਹੈ ਕੁਐਸਚਨ ਯਾਦ ਰੱਖਣਾ ਪਊਗਾ, ਐਕੂਰੇਸੀ ਯਾਦ ਰੱਖੋਗੇ, ਠੀਕ ਹੈ ਜੀ ਗੱਲ। ਤਾਂ ਚੱਲਦੇ ਹਾਂ ਨੈਕਸਟ ਕੁਐਸਚਨ ਵੱਲ। ਵਿਚ ਆਫ ਦਾ ਫੋਲੋਇੰਗ ਇਜ਼ ਅਰਲੀਐਸਟ ਕੰਪਿਊਟੇਸ਼ਨ ਡਿਵਾਈਸ, ਡਿਵਾਈਸ ਕਿਹੜੀ ਹੈ ਜੀ ਇਹਨਾਂ ਵਿੱਚੋਂ, ਤਾਂ ਇਹਦਾ ਜਿਹੜਾ ਸਹੀ ਆਨਸਰ ਆ ਜਾਊਗਾ ਜੀ ਉਹ ਆ ਜਾਊਗਾ ਜੀ ਅਬੈਕਸ ਹੈ ਜਿਹੜੀ, ਉਹ ਕੀ ਹੈ ਜੀ ਅਰਲੀਐਸਟ ਕੰਪਿਊਟੇਸ਼ਨ ਡਿਵਾਈਸ ਹੈ, ਠੀਕ ਹੈ। ਉਦੋਂ ਬਾਅਦ ਜਿਹੜਾ ਮਤਲਬ ਫਸਟ
मतलब फस्ट नहीं कह सकते आपां, अर्ली कह सकते हैं, अर्ली मकैनीकल, ठीक है। कंप्यूटेशन डिवाइस उस तो बाद किहड़ी बन गई, तो तुसीं कहोगे जी ब्लेज पास्कल ने बनाई सी, किहड़ी ब्लेज पास्कल ने बनाई सी जी की एडिंग मशीन, याद रखोगे, ये भी इंपॉर्टेंट है, ठीक है जी गल। तो होर बस ये याद रख लियो जी, ठीक है। तो आ गल्लां इंपॉर्टेंट ने, कंप्यूटर दियां पेपर दे विच पुछ लैणगे कितनियां जनरेशनां ने, तुसीं कहोगे जी 5 जनरेशनां ने, ठीक है। तो ये गल्लां तुसीं सारियां याद रखोगे, मैं पहलां भी दस चुक्या जी, ठीक है। तो पहली जनरेशन के मैं थोड़ा डिस्कस कर देना जी, वैक्यूम ट्यूब्स यूज़ होंदियां सी, दूजी दे विच की होण लग गए ट्रांजिस्टर, तीजी दे विच IC चिप्स, चौथे दे विच की हो गया जी माइक्रो प्रोसैसर, पंजवीं दे विच की आ गया जी आर्टिफिशियल इंटैलीजेंस। आर्टिफिशियल इंटैलीजेंस दे मैं तुहानूं दस ही चुका, इन्वेंटर कौन सी जी, जॉन मकार्थे, ठीक है। तो याद रखोगे, सारियां गल्लां इंपॉर्टेंट ने। करैक्टरिस्टिक्स ऑफ 5th जनरेशन कंप्यूटर, जनरेशना तो एक कंप्यूटर तो पक्का ही आऊ, क्वेश्चन तो जोड़ा है जी वो पक्का ही आऊगा। तो 5वीं जनरेशन के की यूज़ होने लग गया सीगा जी आर्टिफिशियल इंटैलीजेंस, तो दुबारे दसन की लोड़ ही नहीं हैगी, ठीक है जी गल। तो सारियां गल्लां इंपॉर्टेंट ने, जनरेशना के उत्ते चंगी तरह पढ़ के जाओ जी, ठीक है। तो चलते हैं नैक्सट क्वेश्चन वाल। विच जनरेशन ऑफ कंप्यूटर इज़ वर्कड विद फॉरट्रैन, ये भी मैं तुहानूं शुरू के दस चुक्या जी। कंप्यूटर दी 5 जनरेशन हुई ने जी। पहली दे विच किहड़ी यूज़ होंदी सी लैंगुएज, मशीन लैंगुएज यूज़ होंदी सी। दूजी दे विच 2 मेन लैंगुएजेस यूज़ होण लग गई जी, किहड़ियां फॉरट्रैन ते कबोल, ठीक है। तो हुण दूजी जनरेशन इहदा की आ जाऊगा जी, सही आंसर आ जाऊगा। फॉरट्रैन की फुल फॉर्म पुछ लैण तो तुसीं कहोगे जी फॉर्मूला ट्रांसलेशन, फॉर्मूला ट्रांसलेशन की है जी, यदी फुल फॉर्म है, ठीक है। तो फॉरट्रैन जी बनाई सी, वो किने बनाई सी, तुसीं कहोगे जी जॉन ब्रक्स, ठीक है जी। तो सोनू जे कबोल पुछ लैन, कबोल की पहली गल सोनू फुल फॉर्म पता होनी चाहिए है, कॉमन बिजनस ओरिएंटेड लैंगुएज, ठीक है। तो ये जोड़े इन्वेंटर से कौन से जी, ग्रेस हूपर, ठीक है। तो ये सारियां गल्लां तुसीं याद रखोगे। दूजी जनरेशन के कंप्यूटर की एग्जाम्पल किहड़ी है जी, IBM 1401, भुलना नहीं हैगा, ठीक है जी गल। पहली जनरेशन के कंप्यूटरों दी जे एग्जाम्पल पुछ लैण तो तुसीं कहोगे जी किहड़ियां सीगियां, तो इहदा आपां लिखते हैं जी इनैक, इडसैक, इडवैक, ठीक है। तो होर यूनीवैक, ठीक है। ये सारियां पहली जनरेशन के कंप्यूटर दी एग्जाम्पल ने। यूनीवैक पेपर के पुछ लैन, यूनीवर्सल आटोमैटिक कंप्यूटर की फुल फॉर्म है, तो पेपर पुछ लेंदे ने फस्ट, सुपर इंपॉर्टेंट ला के स्टार पा के क्वेश्चन लिख लो जी, फस्ट कमर्शियल कंप्यूटर किहड़ा सी, तो तुसीं कहोगे जी यूनीवैक सीगा। पेपर पुछ लैन फस्ट इलैक्ट्रॉनिक कंप्यूटर किहड़ा सी, ठीक है, डिफरेंस आ दोनों में, तो तुसीं कहोगे इलैक्ट्रॉनिक सीगा जिहड़ा वो इनैक सीगा, ठीक है जी गल। तो ध्यान दे नाल इहनूं सारियां चीज़ां नूं पढ़ लैणा है, तो सैकेंड जनरेशन इहदा जिहड़ा आ जाऊगा जी वो सही आंसर आ जाऊगा। विच वन इज़ नॉट टाइप ऑफ कंप्यूटर ऑन द बेसिस ऑफ साइज़, जोड़े साइज़ के अकॉर्डिंग कंप्यूटर्स ने वो माइक्रो कंप्यूटर बिल्कुल होंगे जी, मिनी कंप्यूटर बिल्कुल होंगे जी, सुपर सुपर कंप्यूटर आऊगा जी, इतने सुपर कंप्यूटर बिल्कुल होंगे जी, मिनी कट दो, ठीक है। मिनी कंप्यूटर तो इतने हो ही चुका है जी। मेन फ्रेम कंप्यूटर बिल्कुल होंगे जी, ऑप्टिकल कंप्यूटर नहीं होंगे जी, तो इस तरह की कोई चीज़ नहीं होंगी। तो पांचवीं ऑप्शन जी हैगी जी वो अपनी गलत होगी, तो आंसर आपको यही पूछा सी कि टाइप नहीं हैगी, ठीक है जी गल। तो सुनो मैं थोड़ा सुपर कंप्यूटर बारे दस देना जी, फादर ऑफ सुपर कंप्यूटर पेपर पुछ लैन तो तुसीं कहोगे जी साइमर करे। फस्ट सुपर कंप्यूटर ऑफ वर्ल्ड तुहानूं पुछ लैन तो तुसीं कहोगे जी CDC 6600, ठीक है। जे भारत का पहला सुपर कंप्यूटर पुछ ले तो तुसीं कहोगे जी परम 8000, ठीक है जी गल। तो पेपर पुछ लेंदे मेन फ्रेम कंप्यूटर कित्थे यूज़ होंदा जी, तो तुसीं कहोगे रेलवे स्टेशन पर, ठीक है। जब बैंक्स वगैरह के की है जी मेन फ्रेम कंप्यूटर होंदे ने, जिवें ATM भी जिहड़ा हैगा जी वो मेन फ्रेम कंप्यूटर की एग्जाम्पल आ, ठीक है। ATM के उत्ते मैनूं क्वेश्चन याद आ गया जी, ATM की फुल फॉर्म तुहानूं पता होनी चाहिए जी, आटोमैटिक टैलर मशीन, आटोमैटिक टैलर मशीन तुसीं याद रखोगे। ATM के फाउंडर पुछ लैन तो तुसीं कहोगे जी जॉन शैफर्ड, जॉन शैफर्ड की है जी ATM के फाउंडर सीगे, ठीक है। फाउंडर नहीं कह सकते आप, इन्वेंटर कहोगे, ठीक है जी गल। तो तुहानूं TV के पुछ लैन जे, ठीक है, TV टैलीविजन के तो तुसीं कहोगे JL बैरिड, ठीक है। तो सारियां गल्लां तुसीं इहदे नाल संबंधित याद रख लोगे, तो D ऑप्शन आ गया जिहड़ा, उहदा की आ जाऊगा जी सही आंसर आ जाऊगा।
ਹੂ ਡਿਵੈਲਪਡ ਇੰਟੀਗ੍ਰੇਟਡ ਚਿਪ, ਜਿਹਨੂੰ ਆਪਾਂ ਸ਼ਾਰਟ ਫਾਰਮ ਦੇ ਵਿੱਚ ਕਹਿੰਦੇ ਹਾਂ ਜੀ IC ਚਿਪਸ, ਠੀਕ ਹੈ ਜੀ ਗੱਲ। ਤਾਂ CV ਰਮਨ ਦਾ ਇੱਕ ਮਤਲਬ ਕੀ ਹੈ ਜੀ, ਇਹਨੂੰ ਰਮਨ ਇਫੈਕਟ ਸਾਇੰਸ ਦਾ ਕੁਐਸਚਨ ਹੈ ਜੀ ਇਹ। ਰਮਨ ਇਫੈਕਟ CV ਰਮਨ ਦੇ ਨੂੰ ਕੀ ਹੈ ਜੀ, ਪਹਿਲੀ ਵਾਰ ਕੀ ਹੈ ਨੋਬਲ ਪ੍ਰਾਈਜ਼ ਮਿਲਿਆ ਸੀਗਾ ਅੱਜ ਜੀ। ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸੋਗੇ, ਠੀਕ ਹੈ। ਤਾਂ ਰੋਬਰਟ ਨਾਇਕ ਬਾਰੇ ਕੁਛ ਨਹੀਂ, JS ਕਿਲਬੀ, ਠੀਕ ਹੈ, JS ਕਿਲਬੀ ਇਹਦਾ ਕੀ ਆ ਜਾਊਗਾ ਜੀ, ਸਹੀ ਆਨਸਰ ਆ ਜਾਊਗਾ। IC ਚਿਪਸ ਨੇ ਜਿਹੜੀਆਂ ਉਹ 3rd ਜਨਰੇਸ਼ਨ ਕੰਪਿਊਟਰ ਦੇ ਵਿੱਚ ਯੂਜ਼ ਹੋਣ ਲੱਗ ਗਈਆਂ ਸੀਗੀਆਂ। ਚਾਰਲਸ ਬੇਬਜ਼ ਨੂੰ ਕੀ ਕਿਹਾ ਜਾਂਦਾ, ਫਾਦਰ ਆਫ ਕੰਪਿਊਟਰ ਕਿਹਾ ਜਾਂਦਾ, ਠੀਕ ਹੈ ਜੀ ਗੱਲ। ਤਾਂ ਧਿਆਨ ਰੱਖਿਓ, ਸਾਰੀਆਂ ਗੱਲਾਂ ਇੰਪੋਰਟੈਂਟ ਨੇ। ਕੰਪਿਊਟਰ ਦੀਆਂ 5 ਜਨਰੇਸ਼ਨਾਂ ਨੇ, ਠੀਕ ਹੈ ਜੀ ਗੱਲ। ਤੁਹਾਨੂੰ ਮੈਂ ਦੱਸ ਹੀ ਚੁੱਕਿਆ ਆਲਰੇਡੀ। 2 ਤਰ੍ਹਾਂ ਦੀ ਮੈਮਰੀ ਹੁੰਦੀ ਹੈ, ਪ੍ਰਾਇਮਰੀ ਮੈਮਰੀ ਅਤੇ ਸੈਕੰਡਰੀ ਮੈਮਰੀ ਹੁੰਦੀ ਹੈ, ਠੀਕ ਹੈ। ਸ਼ਾਰਟਕਟ ਕੀਜ਼ ਨੂੰ ਦੁਬਾਰੇ ਰਿਪੀਟ ਕਰਾ ਦਿੰਦੇ ਜੀ। ਤੁਹਾਨੂੰ ਪੁੱਛ ਲੈਣ ਕਾਪੀਰਾਈਟ ਦੀ ਸ਼ਾਰਟਕਟ ਕੀ ਕਿਹੜੀ ਹੈ ਜੀ, ਤਾਂ ਤੁਸੀਂ ਕਹੋਗੇ ਜੀ Alt Control + C ਨੱਪੋਗੇ ਤਾਂ ਕਾਪੀਰਾਈਟ ਵਾਸਤੇ ਹੈ ਜੀ। ਕੰਟਰੋਲ + ਸੈਮੀਕੋਲਨ ਨੱਪੋਗੇ ਤਾਂ ਤੁਸੀਂ ਕਹੋਗੇ ਜੀ ਕਰੰਟ ਡੇਟ ਵਾਸਤੇ ਹੈ। ਕੰਟਰੋਲ + ਸ਼ਿਫਟ + ਸੈਮੀਕੋਲਨ ਕਾਹਦੇ ਵਾਸਤੇ ਹੈ ਜੀ, ਕਰੰਟ ਟਾਈਮ ਵਾਸਤੇ ਹੈ, ਠੀਕ ਹੈ ਜੀ ਗੱਲ। ਇਨਸਰਟ ਲਾਈਨ ਬ੍ਰੇਕ ਦੀ ਸ਼ਾਰਟਕਟ ਕੀ ਕਿਹੜੀ ਹੈ ਜੀ, ਤਾਂ ਤੁਸੀਂ ਕਹੋਗੇ ਜੀ ਕੰਟਰੋਲ + ਐਂਟਰ ਹੈ। ਜੇ ਤੁਹਾਨੂੰ ਪੁੱਛ ਲੈਣ ਮੈਨੂਅਲ, ਸੁਪਰ ਇੰਪੋਰਟੈਂਟ ਨੇ ਇਹ ਗੱਲਾਂ, ਮੈਨੂਅਲ ਲਾਈਨ ਬ੍ਰੇਕ ਦੀ ਸ਼ਾਰਟਕਟ ਕੀ ਕਿਹੜੀ ਹੈ ਜੀ, ਤਾਂ ਤੁਸੀਂ ਕਹੋਗੇ ਜੀ ਸ਼ਿਫਟ + ਐਂਟਰ, ਠੀਕ ਹੈ। ਤਾਂ ਯਾਦ ਰੱਖਿਓ 3rd ਆਪਸ਼ਨ ਇਹਦਾ ਕੀ ਆ ਜਾਊਗਾ ਜੀ, ਸਹੀ ਆਨਸਰ ਆ ਜਾਊਗਾ। ਵਿਚ ਮਟੀਰੀਅਲ ਇਜ਼ ਲੇਅਰਡ ਐਟ ਮੈਗਨੈਟਿਕ ਡਿਸਕ, ਮੈਗਨੈਟਿਕ ਡਿਸਕ ਉੱਤੇ ਕਿਹਦੀ ਪਰਤ ਚੜੀ ਹੁੰਦੀ ਹੈ, ਸਿੱਧਾ ਜਵਾਬ ਹੈ। ਤਾਂ ਇਹਦਾ ਜਿਹੜਾ ਸਹੀ ਆਨਸਰ ਆ ਜਾਊਗਾ ਜੀ, ਉਹ ਕੀ ਆ ਜਾਊਗਾ, ਆਇਰਨ ਆਕਸਾਈਡ ਸਹੀ ਆਨਸਰ ਆ ਜਾਊਗਾ। ਇਹਨੂੰ IC ਚਿਪਸ ਦੇ ਨਾਲ ਕਨਫਿਊਜ਼ ਨਾ ਕਰ ਲਿਓ। IC ਚਿਪਸ ਪੇਪਰ ਦੇ ਵਿੱਚ ਪੁੱਛ ਲੈਣ ਕਾਹਦੇ ਨਾਲ ਕੋਟ ਹੁੰਦੀਆਂ ਨੇ, ਤਾਂ ਤੁਸੀਂ ਕਹੋਗੇ ਜੀ ਸਿਲੀਕੌਨ ਦੇ ਨਾਲ ਕੋਟ ਹੁੰਦੀਆਂ ਨੇ। ਸਿਲੀਕੌਨ ਸਿਟੀ ਆਫ ਇੰਡੀਆ ਕਿਹਨੂੰ ਕਿਹਾ ਜਾਂਦਾ, ਤੁਸੀਂ ਕਹੋਗੇ ਜੀ ਬੈਂਗਲੌਰ ਨੂੰ ਕਿਹਾ ਜਾਂਦਾ ਹੈ, ਠੀਕ ਹੈ ਜੀ ਗੱਲ। ਜੇ ਸਿਲੀਕੌਨ ਸਿਟੀ ਆਫ ਵਰਲਡ ਪੁੱਛ ਲਈ ਤਾਂ ਤੁਸੀਂ ਕਿਹਨੂੰ ਕਹੋਗੇ ਜੀ, ਕੈਲੀਫੋਰਨੀਆ ਨੂੰ ਕਿਹਾ ਜਾਂਦਾ। ਸੁਪਰ ਇੰਪੋਰਟੈਂਟ ਕੁਐਸਚਨ ਹੈ। IC ਚਿਪਸ ਨੇ ਜਿਹੜੀਆਂ ਕੋਟ ਕਾਹਦੇ ਨਾਲ ਹੁੰਦੀਆਂ ਜੀ, ਸਿਲੀਕੌਨ ਦੇ ਨਾਲ ਕੋਟ ਹੁੰਦੀਆਂ ਨੇ। 3ਜੀ ਜਨਰੇਸ਼ਨ ਦੇ ਵਿੱਚ ਇਹ ਯੂਜ਼ ਹੋਣ ਲੱਗ ਗਈਆਂ ਸੀ। ਮੈਗਨੈਟਿਕ ਡਿਸਕ ਤੋਂ ਮੈਨੂੰ ਕੁਐਸਚਨ ਯਾਦ ਆ ਗਿਆ ਜੀ, ਇਹ ਸੈਕੰਡਰੀ ਮੈਮਰੀ ਦਾ ਹਿੱਸਾ ਹੈ ਜੀ। ਮੈਗਨੈਟਿਕ ਡਿਸਕ ਹੁੰਦੀ ਹੈ ਇੱਕ ਮੈਗਨੈਟਿਕ ਟੇਪ ਹੁੰਦੀ ਹੈ। ਮੈਗਨੈਟਿਕ ਟੇਪ ਹੁੰਦੀ ਹੈ ਜਿਹੜੀ, ਉਹ ਕੀ ਹੁੰਦੀ ਹੈ ਜੀ, ਸੀਕੁਐਂਸ਼ੀਅਲ ਐਕਸੈਸ ਹੁੰਦੀ ਹੈ, ਠੀਕ ਹੈ। ਪੇਪਰ 'ਚ ਪੁੱਛ ਲੈਂਦੇ ਆ ਸੀਕੁਐਂਸ਼ੀਅਲ ਐਕਸੈਸ ਇਹਨਾਂ ਵਿੱਚੋਂ ਕਿਹੜੀ ਡਿਸਕ ਕੀ ਹੁੰਦੀ ਹੈ ਜੀ, ਤਾਂ ਮੈਗਨੈਟਿਕ ਟੇਪ ਹੁੰਦੀ ਹੈ ਜਿਹੜੀ ਉਹ ਸੀਕੁਐਂਸ਼ੀਅਲ ਐਕਸੈਸ ਹੁੰਦੀ ਹੈ। ਮਤਲਬ ਕੀ ਹੈ ਜੀ, ਜਿਵੇਂ ਆਪਾਂ ਕਹਿ ਦਈਏ ਨਾ ਰੀਲਾਂ ਹੁੰਦੀਆਂ ਸੀ ਆਪਣੇ, ਠੀਕ ਹੈ। ਤਾਂ ਉਹ ਮਤਲਬ ਆਪਾਂ ਸਿੱਧਾ 1 ਤੋਂ 10 ਨੰਬਰ ਗਾਣਾ ਨਹੀਂ ਚਲਾ ਸਕਦੇ ਸੀ, ਆਪਾਂ ਨੂੰ ਕੀ ਕਰਨਾ ਪੈਂਦਾ ਸੀ, ਫਾਰਵਰਡ ਕਰਨਾ ਪੈਂਦਾ ਸੀ। ਤਾਂ ਕਰਕੇ ਮਤਲਬ ਕੀ ਸੀਗਾ, ਦੇਸੀ ਭਾਸ਼ਾ ਸਮਝੀਏ ਤਾਂ ਆਪਾਂ ਨੂੰ ਸੀਕੁਐਂਸ ਦੇ ਵਿੱਚ ਚੱਲਣਾ ਪੈਂਦਾ ਸੀ। ਮੈਗਨੈਟਿਕ ਡਿਸਕ ਕੀ ਹੈ, ਆਪਾਂ ਜੇ ਮਤਲਬ ਕਹਿ ਦਈਏ ਆਪਾਂ ਪਹਿਲਾ ਗਾਣਾ ਆਪਾਂ ਨੂੰ ਨਹੀਂ ਪਸੰਦ ਆਇਆ, ਫੋਰ ਐਗਜ਼ਾਮਪਲ ਗੱਲ ਕਰ ਰਹੇ ਹਾਂ, ਤਾਂ ਆਪਾਂ ਸਿੱਧਾ 10ਵੇਂ ਗਾਣੇ ਨੂੰ ਕੀ ਹੈ ਜੀ, ਸਿੱਧਾ ਬਟਨ ਨੱਪ ਕੇ ਕਰ ਸਕਦੇ ਸੀ ਕਲਿੱਕ। ਤਾਂ ਉਹ ਕੀ ਹੁੰਦੀ ਹੈ ਜੀ, ਮੈਗਨੈਟਿਕ ਡਿਸਕ, ਠੀਕ ਹੈ ਜੀ ਗੱਲ। ਤਾਂ ਇਹ ਪੇਪਰ 'ਚ ਪੁੱਛ ਲੈਂਦੇ ਆ, ਤਾਂ ਇਹ ਡਾਇਰੈਕਟ ਐਕਸੈਸ ਹੁੰਦੀ ਹੈ, ਠੀਕ ਹੈ। ਤਾਂ ਯਾਦ ਰੱਖਿਓ, ਇੰਪੋਰਟੈਂਟ ਹੈ। ਆਇਰਨ ਆਕਸਾਈਡ ਇਹਦਾ ਕੀ ਆ ਜਾਊਗਾ ਜੀ, ਸਹੀ ਆਨਸਰ ਆ ਜਾਊਗਾ। ਦਾ ਮੋਸਟ ਪਾਵਰਫੁਲ ਕੰਪਿਊਟਰ ਇਜ਼, ਤਾਂ ਸਾਰਿਆਂ ਨਾਲੋਂ ਪਾਵਰਫੁਲ ਤੁਹਾਨੂੰ ਪਤਾ ਹੈ ਜੀ ਸੁਪਰ ਕੰਪਿਊਟਰ ਹੁੰਦਾ ਹੈ, ਜਿਹੜਾ ਕਿ ਮਿਲੀਅਨਸ ਆਫ ਇੰਸਟਰਕਸ਼ਨਸ ਨੇ ਜਿਹੜੀਆਂ ਉਹ ਮਤਲਬ ਸੈਕਿੰਡਸ ਦੇ ਵਿੱਚ ਕਰ ਦਿੰਦਾ ਹੈ। ਸੁਪਰ ਕੰਪਿਊਟਰ ਦੇ ਫਾਦਰ ਕਿਹਨੂੰ ਕਿਹਾ ਜਾਂਦਾ ਹੈ ਜੀ, ਸਾਈਮਰ ਕਰੇ ਨੂੰ ਕਿਹਾ ਜਾਂਦਾ ਹੈ ਜੀ, ਠੀਕ ਹੈ ਜੀ ਗੱਲ। ਫਸਟ ਸੁਪਰ ਕੰਪਿਊਟਰ ਆਫ ਵਰਲਡ ਪੇਪਰ 'ਚ ਪੁੱਛ ਲੈਣ ਤਾਂ ਤੁਸੀਂ ਕਹੋਗੇ ਜੀ CDC 6600 ਹੁੰਦਾ ਜੀ, ਠੀਕ ਹੈ। ਫਸਟ ਸੁਪਰ ਕੰਪਿਊਟਰ ਆਫ ਇੰਡੀਆ ਤੁਸੀਂ ਕਹੋਗੇ ਜੀ ਪਰਮ 8000 ਹੈ, ਠੀਕ ਹੈ ਜੀ ਗੱਲ। ਪਰਮ 8000 ਕਿਹਨੇ ਡਿਵੈਲਪ ਕੀਤਾ, CDEC ਨੇ ਡਿਵੈਲਪ ਕੀਤਾ ਜੀ, ਜਿਹਦੀ ਫੁੱਲ ਫਾਰਮ ਕੀ ਹੈ ਜੀ, ਸੈਂਟਰ ਫॉर ਡਿਵੈਲਪਿੰਗ ਐਡਵਾਂਸ ਕੰਪਿਊਟਿੰਗ, ਠੀਕ ਹੈ। ਮੈਂ ਲਿਖੂੰਗਾ ਨਹੀਂ, ਤੁਸੀਂ ਆਪਣੇ ਮਤਲਬ ਰਿਪੀਟ ਕਰ ਦੇਣਾ, ਆਪਣੀ ਕਾਪੀ 'ਤੇ ਨੋਟ ਕਰ ਲਓ ਜੇ ਕਰ ਰਹੇ ਹੋ। CDEC ਦੀ ਫੁੱਲ ਫਾਰਮ ਪੁੱਛ ਲੈਣ, ਸੈਂਟਰ ਫॉर ਡਿਵੈਲਪਿੰਗ ਐਡਵਾਂਸ ਕੰਪਿਊਟਿੰਗ, ਠੀਕ ਹੈ ਜੀ ਗੱਲ। ਤਾਂ ਯਾਦ ਰੱਖਿਓ, ਸਾਰੀਆਂ ਗੱਲਾਂ ਇੰਪੋਰਟੈਂਟ ਨੇ। ਪਰਮ ਵਾਜ਼ ਡਿਵੈਲਪਡ ਬਾਏ, ਤਾਂ ਤੁਹਾਨੂੰ ਮੈਂ ਦੱਸ ਹੀ ਚੁੱਕਿਆ ਜੀ CDEC, ਠੀਕ ਹੈ। ਫੁੱਲ ਫਾਰਮ ਤੁਹਾਨੂੰ ਲਿਖ ਦੇਣਾ, ਰਿਪੀਟ ਫੇਰ ਕਰ ਦੇਣਾ ਜੀ, ਸੈਂਟਰ ਫॉर ਡਿਵੈਲਪਿੰਗ ਐਡਵਾਂਸ ਕੰਪਿਊਟਿੰਗ, ਠੀਕ ਹੈ ਜੀ ਗੱਲ। ਫਸਟ ਕੰਪਿਊਟਰ ਆਫ ਇੰਡੀਆ ਪੇਪਰ ਦੇ ਵਿੱਚ ਪੁੱਛ ਲੈਣਾ, ਨਾਰਮਲ ਕੰਪਿਊਟਰ ਤਾਂ ਤੁਸੀਂ ਕਹੋਗੇ ਜੀ ਸਿਧਾਰਥ, ਠੀਕ ਹੈ। ਫਸਟ ਕਮਰਸ਼ੀਅਲ ਕੰਪਿਊਟਰ ਆਫ ਵਰਲਡ ਤਾਂ ਤੁਸੀਂ ਕਹੋਗੇ ਜੀ ਯੂਨੀਵੈਕ, ਠੀਕ ਹੈ। ਫਸਟ ਇਲੈਕਟ੍ਰੋਨਿਕ ਕੰਪਿਊਟਰ ਪੁੱਛ ਲੈਣ ਤਾਂ ਤੁਸੀਂ ਕਹੋਗੇ ਜੀ ENIAC, ਠੀਕ ਹੈ। ਤਾਂ ਇਹਨਾਂ ਦੋਨਾਂ ਦੀ ਫੁੱਲ ਫਾਰਮ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖ ਦੋਗੇ, ਧਿਆਨ ਰੱਖਿਓ, ਇੰਪੋਰਟੈਂਟ ਹੈ। ਤਾਂ ਇੱਥੇ ਹੀ ਆਪਾਂ ਆਪਣੇ ਸੈਸ਼ਨ ਦਾ ਅੰਤ ਕਰਦੇ ਹਾਂ। ਜੇਕਰ ਤੁਹਾਨੂੰ ਸੈਸ਼ਨ ਵਧੀਆ ਲੱਗਦਾ ਹੈ ਤਾਂ ਪਲੀਜ਼ ਲਾਈਕ ਅਤੇ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਿਆ ਕਰੋ। ਕੋਸ਼ਿਸ਼ ਹੋਊਗੀ ਵੀ ਲਗਾਤਾਰ ਨੇ ਜਿਹੜੇ ਸੈਟਸ ਨੇ ਜਿਹੜੇ ਕੰਪਿਊਟਰ ਦੇ ਉਹ ਆਪਾਂ ਅਪਲੋਡ ਕਰ ਦਈਏ। ਤਾਂ ਇਸ ਤੋਂ ਬਾਅਦ ਮੈਂ ਕੁਐਸਚਨ ਦਾ ਜਿਹੜਾ ਲੈਵਲ ਆ ਉਹ ਹੋਰ ਵੀ ਮਤਲਬ ਅਪ ਕਰ ਦੂੰਗਾ, ਅਤੇ ਮਤਲਬ ਜਿਹੜੇ ਪੇਪਰ ਦੇ ਵਿੱਚ ਚੀਜ਼ ਆਊਗੀ ਆਪਾਂ ਉਹੀ ਚੀਜ਼ ਹੀ ਪੜ੍ਹਾਂਗੇ, ਠੀਕ ਹੈ ਜੀ ਗੱਲ। ਅਤੇ ਸਾਰੇ ਜਾਣੇ ਪ੍ਰੋਪਰ ਮਿਹਨਤ ਕਰਦੇ ਰਹੋ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ।